ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨ ਹੈ ਵਿਆਪੀ। ਮਨ ਹੈ ਮਾਰ ਕਵਨ ਸਿਧ ਥਾਪੀ। ਕਵਨ ਸੋ ਮੋਨ ਜੋ ਮਨ ਮਾਰੈ। ਮਨ ਕਉ ਮਾਰ ਕਹੋ ਕਿਸ ਤਾਰੈ। ਰਹਾਉ ਮਾਨੋ ਅੰਤਰ ਬੋਲੇ ਸਭ ਕੋਈ। ਮਾਨੋ ਮਾਰੇ ਬਿਨ ਭਗਤ ਨ ਹੋਇ। ਕਹੋ ਕਬੀਰ ਜੋ ਜਾਣੈ ਭਿਓ। ਮਨ ਮਧੁਸੂਦਨ ਤ੍ਰਿਭਵਨ ਦਿਓ। ਕਹੋ ਕਬੀਰ ਜੋ ਜਾਣੈ ਭਿਓ। ਮਨ ਮਧੁਸੂਦਨ ਤ੍ਰਿਭਵਨ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਸੱਜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਗੁਰੂ ਦਰਬਾਰ ਵਿੱਚ ਸੱਜ ਕੇ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ, ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਕਰਨ ਦਾ ਯਤਨ ਕਰਦੇ ਹਾਂ। ਆਪ ਜੀ ਨੇ ਹੁਣੇ ਹੀ ਜਿਸ ਪਾਵਨ ਸ਼ਬਦ ਦਾ ਪਾਠ ਦਾਸ ਪਾਸੋਂ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 328 ਅਤੇ 29 ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਰਾਗ ਗੌੜੀ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਇਸ ਪਾਵਨ ਸ਼ਬਦ ਅੰਦਰ ਜੋ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਬਦ ਵਿਚਾਰਿਆ ਹੈ, ਯੋਗ ਮਤ ਦੇ ਵਿੱਚ ਅਤੇ ਕੁਝ ਹੋਰ ਮਤਾਂਤਰਾਂ ਦੇ ਵਿੱਚ ਜੋ ਹਠ ਕਰਨ ਦੀ ਪ੍ਰਕਿਰਿਆ ਹੈ, ਜਿਸ ਨੂੰ ਹਠ ਯੋਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਠ ਕਰਨ ਤੋਂ ਭਾਵ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਬਦ ਦੀ ਵਿਚਾਰ ਕਰਦਿਆਂ ਸਮਝਣ ਦਾ ਯਤਨ ਕੀਤਾ ਹੈ, ਸਰੀਰ ਨੂੰ ਤਨ ਨੂੰ ਦੁਖੀ ਕਰਕੇ ਮਨ ਨੂੰ ਸਾਧਨ ਤੇ ਸਵਾਰਨ ਦੀ ਪ੍ਰਕਿਰਿਆ। ਭਾਵ ਮਨ ਵਿੱਚ ਖਰਾਬੀ ਹੈ, ਮਨ ਵਿੱਚ ਪ੍ਰੋਬਲਮ ਹੈ, ਮਨ ਅਸ਼ਾਂਤ ਹੈ, ਮਨ ਭਟਕਿਆ ਹੋਇਆ ਹੈ, ਬੁਰੇ ਖਿਆਲ ਤੇ ਬੁਰੇ ਫੁਰਨੇ ਅੰਦਰ ਟਿਕ ਗਏ ਹਨ। ਤੋ ਮਨ ਦੀ ਇਸ ਭੈੜੀ ਦਸ਼ਾ ਨੂੰ ਸਵਾਰਨ ਵਾਸਤੇ ਖੁਦ ਬਖੁਦ ਆਪਣੀ ਚੋਇਸ, ਆਪਣੀ ਮਰਜ਼ੀ ਦੇ ਮੁਤਾਬਕ ਸਰੀਰ ਨੂੰ ਤਕਲੀਫ ਦੇਣੀ, ਦੁੱਖ ਦੇਣਾ, ਕਸ਼ਟ ਦੇਣਾ, ਵੱਖ-ਵੱਖ ਤਰੀਕਿਆਂ ਦੇ ਨਾਲ ਸਰੀਰ ਨੂੰ ਟਾਰਚਰ ਕਰਨਾ,
ਤੇ ਫਿਰ ਇਹ ਭਾਵਨਾ ਰੱਖਣੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਮਨ ਦੇ ਫੁਰਨੇ, ਸਾਡੇ ਮਨ ਦੀ ਦਸ਼ਾ, ਸਾਡੇ ਮਨ ਦੀ ਅਵਸਥਾ ਬਦਲ ਜਾਵੇਗੀ। ਇਸ ਸਮੁੱਚੀ ਪ੍ਰਕਿਰਿਆ ਨੂੰ ਹਠ ਕਿਹਾ ਜਾਂਦਾ ਹੈ। ਉਹਦੇ ਵਿੱਚ ਬਹੁਤ ਸਾਰੇ ਤਰੀਕੇ ਵਰਤੇ ਜਾਂਦੇ ਨੇ ਆਪਣੇ ਆਪਣੇ ਢੰਗ ਦੇ ਨਾਲ। ਉਹਦੀ ਬਹੁਤ ਲੰਬੀ ਚੌੜੀ ਪ੍ਰਕਿਰਿਆ ਹੈ, ਪਰ ਉਦਾਹਰਣ ਮਾਤਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਇਆ ਹੈ, ਅੱਖਾਂ ਬੰਦ ਕਰਨੀਆਂ, ਕੰਨ ਮੂੰਦ ਲੈਣੇ, ਮੌਨ ਧਾਰਨ ਕਰ ਲੈਣਾ, ਬੋਲਣਾ ਨਾ, ਆਪਣੇ ਸਰੀਰ ਨੂੰ ਅਟੰਕ ਇੱਕ ਜਗ੍ਹਾ ਦੇ ਉੱਤੇ ਟਿਕਾਈ ਰੱਖਣਾ ਬਿਨਾਂ ਹਿੱਲਣ ਜੁਲਣ ਤੋਂ, ਆਪਣੇ ਸਾਹਾਂ ਦੀ ਪ੍ਰਕਿਰਿਆ ਨੂੰ ਰੋਕਣ ਦਾ ਯਤਨ ਕਰਨਾ। ਜੋ ਅਸੀਂ ਨਾਰਮਲੀ ਜਿਵੇਂ ਸਾਹ ਲੈਂਦੇ ਹਾਂ, ਸਰੀਰ ਨੂੰ ਜਿੰਨੀ ਆਕਸੀਜਨ ਚਾਹੀਦੀ ਹੈ, ਉਸ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਰੋਕਣ ਦਾ ਅਭਿਆਸ ਕਰਨਾ, ਜ਼ਬਰਦਸਤੀ ਭੁੱਖੇ ਰਹਿਣਾ, ਨਗਨ ਅਵਸਥਾ ਵਿੱਚ ਵਿਚਰਨਾ, ਗਰਮੀ ਤੇ ਸਰਦੀ ਸਰੀਰ ਉੱਤੇ ਸਹਾਰਨੀ, ਪੁੱਠੇ ਲਟਕ ਜਾਣਾ, ਇਹ ਸਾਰੀਆਂ ਚੀਜ਼ਾਂ, ਹੋਰ ਵੀ ਬਹੁਤ ਤਰੀਕੇ ਨੇ। ਵੱਧ ਤੋਂ ਵੱਧ ਤਨ ਨੂੰ ਤਕਲੀਫ ਦੇ ਕੇ, ਦੁੱਖ ਦੇ ਕੇ ਇੱਛਾ ਇਹ ਰੱਖਣੀ ਕਿ ਇਸ ਤਰ੍ਹਾਂ ਸਾਡੇ ਮਨ ਦੀ ਦਸ਼ਾ ਜਾਂ ਹਾਲਤ ਵਿੱਚ ਸੁਧਾਰ ਹੋਏ। ਔਰ ਇਹਦੀ ਬੜੀ ਲੰਬੀ ਚੌੜੀ ਉਹ ਵਿਆਖਿਆ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਹਠ ਨੂੰ ਕਤਈ ਪ੍ਰਵਾਨ ਨਹੀਂ ਕੀਤਾ ਗਿਆ। ਉਹ ਹਠ ਜਿਸ ਵਿੱਚੋਂ ਇਹ ਭਾਵਨਾ ਦੇ ਨਾਲ ਜਿਹੜਾ ਹਠ ਕੀਤਾ ਜਾ ਰਿਹਾ ਕਿ ਅਸੀਂ ਵਾਹਿਗੁਰੂ ਅਕਾਲ ਪੁਰਖ ਦੀ ਇਸ ਤਰ੍ਹਾਂ ਖੁਸ਼ੀ ਹਾਸਲ ਕਰਾਂਗੇ, ਭਗਵਾਨ ਦੇ ਨੇੜੇ ਹੋ ਜਾਵਾਂਗੇ, ਮਨ ਸਾਧਿਆ ਜਾਏਗਾ। ਗੁਰੂਦੇਵ ਨੇ ਬਾਣੀ ਦੇ ਅੰਦਰ ਆਖਿਆ, ਇਹ ਹਠ ਕਿਸੇ ਵੀ ਮਨੁੱਖ ਦੇ ਜੀਵਨ ਨੂੰ ਸਚਿਆਰਾ ਬਣਾਉਣ ਦੀ ਕਾਬਲੀਅਤ ਨਹੀਂ ਰੱਖਦੇ। ਅਜਿਹੇ ਹਠ ਜਿਹੜੇ ਹਨ ਮਨੁੱਖ ਦੇ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਉੱਚਿਆ ਨਹੀਂ ਕਰ ਸਕਦੇ। ਇਹ ਮਨੁੱਖ ਦੀ ਜੀਵਨ ਦਸ਼ਾ ਨੂੰ, ਮਾਨਸਿਕ ਅਵਸਥਾ ਨੂੰ ਸਵਾਰਨ ਦੀ ਤਾਕਤ ਨਹੀਂ ਰੱਖਦੇ। ਇਹਦੇ ਨਾਲ ਕੇਵਲ ਤਨ ਨੂੰ ਕਸ਼ਟ ਮਿਲ ਸਕਦਾ ਹੈ। ਹੁਣ ਉਸ ਸ਼ਬਦ ਦੇ ਨਾਲ ਹੀ ਇਹ ਅਗਲਾ ਸ਼ਬਦ ਹੈ ਜਿਹੜਾ ਆਪਾਂ ਹੁਣੇ ਹੀ ਪਾਠ ਦੇ ਰੂਪ ਵਿੱਚ ਸਾਂਝਾ ਕੀਤਾ ਹੈ। ਇਸ ਵਿੱਚ ਬੜੀ ਖੂਬਸੂਰਤ ਵਿਆਖਿਆ ਮਹਾਰਾਜ ਨੇ ਮਨ ਦੀ ਕੀਤੀ। ਆਪ ਜੀ ਜਿਸ ਵੇਲੇ ਬਾਣੀ ਪੜ੍ਹਦੇ ਹੋ ਜਾਂ ਸੁਣਦੇ ਹੋ, ਕਿਉਂਕਿ ਦੋਵੇਂ ਹੀ ਧਿਆਨ ਦੇ ਵਿਸ਼ੇ ਹਨ। ਬਾਣੀ ਪੜ੍ਹਨਾ ਵੀ ਥੋੜ੍ਹਾ ਧਿਆਨ ਮੰਗਦਾ ਹੈ ਕਿ ਜੋ ਮੈਂ ਪੜ੍ਹ ਰਿਹਾ ਹਾਂ ਉਹ ਕੀ ਹੈ, ਤੇ ਸੁਣਨਾ ਵੀ ਧਿਆਨ ਮੰਗਦਾ ਵੀ ਜੋ ਮੈਂ ਸੁਣ ਰਿਹਾ ਹਾਂ ਉਹ ਕੀ ਗੱਲ ਹੈ। ਜੇ ਪੜ੍ਹਨ ਵਾਲੇ ਦਾ ਧਿਆਨ ਨਹੀਂ ਜਾਂ ਸੁਣਨ ਵਾਲੇ ਦਾ ਧਿਆਨ ਨਹੀਂ, ਤੇ ਬੜੇ ਕੀਮਤੀ ਉਪਦੇਸ਼ ਮਹਾਰਾਜ ਦੀ ਬਾਣੀ ਦੇ ਸਾਡੇ ਕੋਲ ਹੁੰਦਿਆਂ ਹੋਇਆਂ ਵੀ ਅਸੀਂ ਉਹਦੇ ਤੋਂ ਅਣਜਾਣ ਰਹਿ ਜਾਂਦੇ। ਤੇ ਜਦੋਂ ਆਪ ਧਿਆਨ ਨਾਲ ਪੜ੍ਹਦੇ ਜਾਂ ਸੁਣਦੇ ਹੋ ਤੇ ਬਾਰ-ਬਾਰ ਇੱਕ ਗੱਲ ਗੁਰਬਾਣੀ ਦੇ ਵਿੱਚੋਂ ਸਾਹਮਣੇ ਆਉਂਦੀ ਹੈ ਵੀ ਮਹਾਰਾਜ ਨੇ ਸਭ ਤੋਂ ਵਧੇਰੇ ਉਪਦੇਸ਼ ਮਨ ਦੇ ਪ੍ਰਥਾਏ ਦਿੱਤਾ ਹੈ। ਮਨ ਦੀ ਗੱਲ ਵਧੇਰੇ ਕੀਤੀ ਹੈ। ਮਨ ਦੀਆਂ ਵੱਖ-ਵੱਖ ਅਵਸਥਾਵਾਂ ਬਾਰੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਪ੍ਰਕਾਸ਼ ਪਾਇਆ, ਚਾਨਣਾ ਦਿੱਤਾ। ਬੜੀ ਡੂੰਘੀ ਐਕਸਪਲੇਨੇਸ਼ਨ ਮਨ ਦੇ ਸੁਭਾਵਾਂ ਦੀ ਕੀਤੀ। ਜੋ ਕੁਝ ਵਾਪਰ ਰਿਹਾ ਸਾਡੇ ਜੀਵਨ 'ਚ, ਜਿਹੋ ਜਿਹੇ ਵੀ ਅਸੀਂ ਹਾਂ, ਆਪਣੇ ਮਨ ਕਰਕੇ ਹਾਂ। ਚੰਗੇ ਹਾਂ, ਮਾੜੇ ਹਾਂ, ਸਹੀ ਹਾਂ, ਗਲਤ ਹਾਂ, ਖੁਸ਼ ਹਾਂ, ਦੁਖੀ ਹਾਂ, ਚੜ੍ਹਦੀ ਕਲਾ ਵਿੱਚ ਹਾਂ, ਢਹਿੰਦੀ ਕਲਾ ਵਿੱਚ ਹਾਂ, ਪਾਪ ਕਰ ਰਹੇ ਹਾਂ, ਧਰਮ ਕਮਾ ਰਹੇ ਹਾਂ, ਜੋ ਕੁਝ ਵੀ ਹਾਂ, ਸਾਰੇ ਦਾ ਸਾਰਾ ਸਾਡੇ ਜੀਵਨ ਦਾ, ਸਾਡੀ ਲਾਈਫ ਦਾ ਜੋ ਸਟਰਕਚਰ ਬਣਿਆ ਹੋਇਆ ਹੈ, ਸਾਰਾ ਮਨ ਕਰਕੇ ਹੈ। ਤੋ ਤਨ, ਸਰੀਰ ਦਾ ਜਿਹੜਾ ਵਿਹਾਰ ਹੈ ਉਹ ਸਾਰੇ ਦਾ ਸਾਰਾ ਮਨ ਦੇ ਉੱਤੇ ਡਿਪੈਂਡਡ ਹੈ, ਮਨ ਤੇ ਨਿਰਭਰ ਕਰਦਾ ਹੈ। ਮੈਂ ਅੱਗੇ ਵੀ ਇਹ ਕਈ ਵਾਰ ਉਦਾਹਰਣ, ਕਿਉਂਕਿ ਸੌਖੀ ਉਦਾਹਰਣ ਇਸ ਕਰਕੇ ਆਪਾਂ ਸਾਂਝੀ ਕਰਦੇ ਹਾਂ ਵੀ ਸਾਰਿਆਂ ਨੂੰ ਸਾਨੂੰ ਸਮਝ ਆ ਜਾਂਦੀ। ਤੁਸੀਂ ਬੜੇ ਆਰਾਮ ਨਾਲ ਰਹਿ ਰਹੇ ਹੋ, ਸੋਹਣਾ ਘਰ ਹੈ, ਸੋਹਣਾ ਪਰਿਵਾਰ ਹੈ, ਇਸ ਵੇਲੇ ਕੋਈ ਤਕਲੀਫ ਨਹੀਂ। ਅਚਾਨਕ ਤੁਸੀਂ ਬੈਠੇ ਬੈਠੇ ਉਦਾਸ ਹੋ ਜਾਂਦੇ ਹੋ। ਹਾਲਾਂਕਿ ਉਸ ਵੇਲੇ ਕਰੰਟਲੀ ਉਸੇ ਵੇਲੇ ਹੀ ਕੋਈ ਪ੍ਰੋਬਲਮ ਨਹੀਂ ਹੋਈ, ਪਰ ਅਚਾਨਕ ਤੁਹਾਡੇ ਉਦਾਸ ਹੋਣ ਦਾ ਕਾਰਨ ਕੀ ਬਣਿਆ? ਕੋਈ ਪੁਰਾਣਾ ਖਿਆਲ ਤੁਹਾਡੇ ਮਨ ਵਿੱਚ ਆ ਗਿਆ, ਕੋਈ ਪੁਰਾਣੀ ਵਾਪਰੀ ਗੱਲ ਤੁਹਾਨੂੰ ਚੇਤੇ ਆ ਗਈ,
ਜਾਂ ਕੋਈ ਭਵਿੱਖ ਬਾਰੇ ਸੋਚ ਕੇ ਕੋਈ ਗੱਲ ਵੀ ਕਿਤੇ ਇਸ ਤਰ੍ਹਾਂ ਨਾ ਹੋ ਜਾਏ ਕੱਲ੍ਹ ਨੂੰ, ਇਹ ਖਿਆਲ ਆਉਂਦਿਆਂ ਹੀ ਤੁਹਾਡੇ ਫੇਸ ਇੰਪ੍ਰੈਸ਼ਨ ਵਿੱਚ ਤਬਦੀਲੀ ਆਈ, ਚਿਹਰੇ ਦਾ ਪ੍ਰਭਾਵ ਬਦਲ ਜਾਂਦਾ। ਚਿੰਤਾ ਦੀਆਂ ਰੇਖਾਂ ਸਾਡੇ ਚਿਹਰੇ ਦੇ ਉੱਤੇ ਉੱਭਰ ਆਉਂਦੀਆਂ ਨੇ ਤੇ ਸਰੀਰ ਦਾ ਖੇੜਾ ਉੱਡ ਪੁੱਡ ਜਾਂਦਾ ਹੈ, ਚਿਹਰਾ ਉਦਾਸ ਤੇ ਮਾਯੂਸ ਹੋ ਜਾਂਦਾ ਹੈ। ਜਾਂ ਕੋਈ ਪੁਰਾਣੀ ਗੱਲ ਚੇਤੇ ਕਰਕੇ ਜੋ ਵਾਪਰ ਗਈ ਹੈ, ਜਾਂ ਭਵਿੱਖ ਬਾਰੇ ਕੋਈ ਗੱਲ ਸੋਚ ਕੇ ਵੀ ਕੱਲ੍ਹ ਨੂੰ ਜੇ ਇਵੇਂ ਹੋ ਗਿਆ ਤੇ ਕੀ ਕਰਾਂਗੇ, ਤਾਂ ਵੀ ਤੁਸੀਂ ਉਦਾਸ ਹੋ ਜਾਂਦੇ ਹੋ। ਹੁਣ ਤੁਸੀਂ ਜ਼ਰਾ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਬਾਬਤ ਬਹੁਤ ਨਾਮ ਮਾਤਰ, ਪਹਿਲੀ ਗੱਲ ਸੋਚਦੇ ਹੀ ਨਹੀਂ, ਵਿਚਾਰ ਹੀ ਨਹੀਂ ਕਰਦੇ ਵੀ ਜੋ ਵਾਪਰ ਗਿਆ ਹੈ ਉਹ ਤੁਹਾਡੇ ਮਨ 'ਚ ਕਿੱਥੇ ਪਈ ਸੀ ਉਹ ਗੱਲ ਜਿਹੜੀ ਅੱਜ ਹੁਣੇ ਕੁਇਕਲੀ ਤੁਹਾਨੂੰ ਮੌਕੇ ਤੇ ਚੇਤੇ ਆਈ, ਔਰ ਹੱਸਦਿਆਂ ਹੱਸਦਿਆਂ ਤੁਸੀਂ ਉਦਾਸ ਵੀ ਹੋ ਗਏ। ਹੁਣ ਤਾਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਿਹਾ, ਹੁਣ ਕੋਈ ਤਕਲੀਫ ਨਹੀਂ, ਹੁਣ ਇਸ ਵੇਲੇ ਕੋਈ ਦੁੱਖ ਨਹੀਂ, ਪਰ ਤੁਸੀਂ ਉਦਾਸ ਹੋ ਗਏ। ਕਿਸ ਕਾਰਨ? ਕੀ ਰੀਜ਼ਨ ਬਣਿਆ? ਇਹਦਾ ਮਤਲਬ ਮਨ ਦੇ ਵਿੱਚ ਉਦਾਸ ਹੋਣ ਤੇ ਦੁਖੀ ਹੋਣ ਦੀ ਅੰਦਰ ਘਟਨਾਵਲੀ ਵਿਚਾਰਾਂ ਸੱਤਾ ਕਰਕੇ ਪਈ ਹੋਈ। ਭਵਿੱਖ ਜੇ ਤੁਸੀਂ ਦੇਖਿਆ ਨਹੀਂ, ਖੌਰੇ ਕੀ ਵਾਪਰਨਾ ਹੈ ਕੀ ਨਹੀਂ ਵਾਪਰਨਾ, ਕੱਲ ਦਾ ਸਾਨੂੰ ਕਿਸੇ ਨੂੰ ਪਤਾ ਨਹੀਂ, ਆਉਣ ਵਾਲੀ ਘੜੀ ਦਾ ਸਾਨੂੰ ਕੋਈ ਗਿਆਨ ਨਹੀਂ, ਕੀ ਵਾਪਰੇਗਾ ਕੀ ਨਹੀਂ ਵਾਪਰੇਗਾ। ਪਰ ਸਾਡੇ ਮਨ 'ਚ ਖਿਆਲ ਆਇਆ ਜੇ ਕਿਤੇ ਕੱਲ ਨੂੰ ਆਹ ਗੱਲ ਵਾਪਰ ਗਈ ਤਾਂ ਅਸੀਂ ਤਾਂ ਵੀ ਉਦਾਸ ਹੋ ਗਏ। ਅਜੇ ਵਾਪਰਿਆ ਨਹੀਂ, ਪਰ ਮਨ ਦੀ ਦੌੜ ਨੇ ਉਦਾਸੀ, ਨੈਗੇਟਿਵਿਟੀ ਨੂੰ ਫੜ ਲਿਆ। ਉਹਨੇ ਉਹ ਚੀਜ਼ ਸੋਚ ਲਈ ਜਿਹੜੀ ਸਾਨੂੰ ਦੁਖੀ ਕਰ ਸਕਦੀ, ਜਿਹੜੀ ਸਾਨੂੰ ਤਕਲੀਫ ਦੇ ਸਕਦੀ। ਹਾਲਾਂਕਿ ਅਜੇ ਵਾਪਰਨਾ, ਅਜੇ ਕੱਲ ਤੇ ਆਇਆ ਨਹੀਂ ਨਾ, ਅਜੇ ਆਉਣਾ ਹੈ। ਹੋ ਸਕਦਾ ਨਾ ਵੀ ਉਵੇਂ ਵਾਪਰੇ, ਪਰ ਮਨ ਨੇ ਕਿਹੜੀ ਚੀਜ਼ ਨੂੰ ਪਕੜ ਵਿੱਚ ਲਿਆਂਦਾ? ਨੈਗੇਟਿਵਿਟੀ, ਤਕਲੀਫ ਨੂੰ, ਦੁੱਖ ਨੂੰ। ਜਿਹੜੀ ਚੀਜ਼ ਸਾਨੂੰ ਉਦਾਸ ਕਰ ਸਕਦੀ ਹੈ, ਮਨ ਨੇ ਉਹਦੇ ਤੇ ਪਕੜ ਬਣਾਈ। ਹੁਣ ਇਸ ਦੇ ਆਪੋਜਿਟ ਸੋਚੋ, ਤੁਸੀਂ ਖੁਸ਼ ਹੋ ਜਾਂਦੇ ਹੋ, ਬਿਨਾਂ ਘਾਟਾ ਵੀ ਪੈ ਰਿਹਾ ਹੈ, ਆਲਾ ਦੁਆਲਾ ਵੀ ਸਹੀ ਨਹੀਂ, ਪਰ ਤੁਸੀਂ ਖੁਸ਼ ਹੋ। ਤੁਹਾਨੂੰ ਕੋਈ ਪੁਰਾਣੇ ਚੰਗੇ ਖਿਆਲ ਚੇਤੇ ਆ ਜਾਂਦੇ, ਪੁਰਾਣੇ ਕੋ ਵਾਪਰੀਆਂ ਚੰਗੀਆਂ ਘਟਨਾਵਾਂ ਤੁਹਾਡੇ ਮਨ 'ਚ ਚੱਕਰ ਕੱਟ ਜਾਂਦੀਆਂ ਨੇ, ਤੁਸੀਂ ਬੈਠੇ ਬੈਠੇ ਹੱਸ ਪੈਂਦੇ ਹੋ। ਬੜਾ ਗਮਗੀਨ ਮਾਹੌਲ ਹੈ, ਆਉਣ ਵਾਲੇ ਸਮੇਂ ਤੁਸੀਂ ਸੋਚਦੇ ਹੋ ਚਲੋ ਕੱਲ ਠੀਕ ਹੋਏਗਾ, ਪਰਸੋਂ ਠੀਕ ਹੋਏਗਾ, ਆਪਾਂ ਆਉਣ ਵਾਲੇ ਸਮੇਂ ਚਾਹ ਕਰਾਂਗੇ। ਉਹ ਚੀਜ਼ ਤੁਹਾਡੇ ਅੰਦਰ ਇੱਕ ਉਤਸ਼ਾਹ ਪੈਦਾ ਕਰਦੀ ਹੈ ਤੇ ਤੁਸੀਂ ਪ੍ਰਸੰਨ ਹੋ ਜਾਂਦੇ ਹੋ, ਖੁਸ਼ ਹੋ ਜਾਂਦੇ ਹੋ। ਹਾਲਾਂਕਿ ਉਹ ਸਮਾਂ ਜੇ ਆਇਆ ਨਹੀਂ, ਇਹਦਾ ਮਤਲਬ ਮਨ ਜਦੋਂ ਚਾਹੇ ਸਾਨੂੰ ਤਕਲੀਫ ਵਿੱਚ ਪਾ ਸਕਦਾ ਹੈ, ਤੇ ਮਨ ਜਦੋਂ ਚਾਹੇ ਸਾਨੂੰ ਉਦਾਸ ਕਰ ਸਕਦਾ ਹੈ, ਮਨ ਜਦੋਂ ਚਾਹੇ ਸਾਨੂੰ ਰਵਾ ਸਕਦਾ ਹੈ, ਮਨ ਜਦੋਂ ਚਾਹੇ ਅਸੀਂ ਖਿੜ ਉੱਠਦੇ ਹਾਂ, ਹੱਸ ਪੈਂਦੇ ਹਾਂ, ਖੁਸ਼ ਹੁੰਦੇ ਹਾਂ, ਉਤਸ਼ਾਹ ਵਿੱਚ ਆ ਜਾਂਦੇ ਹਾਂ, ਚੜ੍ਹਦੀ ਕਲਾ ਵਿੱਚ ਚਲੇ ਜਾਂਦੇ। ਮਨ ਦੀ ਅਥਾਹ ਸਮਰੱਥਾ ਹੈ, ਅਥਾਹ ਤਾਕਤ ਹੈ, ਜਿਸ ਨੂੰ ਮਨੁੱਖ ਨਾ ਸਿਝਾਣਦਾ ਹੈ ਤੇ ਨਾ ਪਛਾਣਦਾ ਹੈ। ਇਸ ਵਿੱਚ ਅਸੀਂ ਜਿੰਨਾ ਕੁਝ ਭਰਦੇ ਜਾਂਦੇ ਹਾਂ, ਜਿੰਨਾ ਕੁਝ ਇਸ ਦੇ ਸੁਭਾਅ ਦਾ ਅਸੀਂ ਅਭਿਆਸ ਕਰੀ ਜਾਂਦੇ, ਉਸੇ ਤਰ੍ਹਾਂ ਦਾ ਸਾਡਾ ਕਰੈਕਟਰ ਬਿਲਡ ਹੁੰਦਾ ਜਾਂਦਾ ਹੈ, ਤਿਆਰ ਹੁੰਦਾ ਜਾਂਦਾ ਹੈ, ਬਣਦਾ ਜਾਂਦਾ ਹੈ। ਸਾਰੀ ਕਹਾਣੀ ਇਸ ਚੀਜ਼ ਦੇ ਉੱਤੇ ਖੜੀ। ਕੋਈ ਸੰਤ ਹੈ ਤਾਂ ਮਨ ਦੀ ਅਵਸਥਾ ਕਰਕੇ ਹੈ, ਇਸ ਗੁਰਬਾਣੀ ਨੇ ਤਾਂ ਬਾਹਰ ਦੇ ਵਿਖਾਵੇ ਨੂੰ ਸੰਤ ਹੀ ਨਹੀਂ ਮੰਨਿਆ। ਕੋਈ ਚੋਰ ਹੈ ਤੇ ਮਨ ਦੀ ਅਵਸਥਾ ਕਰਕੇ ਹੈ, ਬਾਹਰੋਂ ਭਾਵੇਂ ਕਿਹੋ ਜਿਹਾ ਵੀ ਪਹਿਰਾਵਾ ਪਾ ਲੈ। ਮਨ ਨੇ ਹੀ ਕੁਰਾਏ ਪਾਉਣਾ ਹੈ ਤੇ ਮਨ ਨੇ ਹੀ ਮਨੁੱਖ ਨੂੰ ਰਾਹ ਦੇ ਉੱਤੇ ਲਿਆਉਣਾ। ਉਸ ਮਨ ਦੀ ਦਸ਼ਾ ਨੂੰ ਬਦਲਣ ਵਾਸਤੇ ਜਿਹੜਾ ਜੀਵ ਤਨ ਦਾ ਹੱਠ ਯੋਗ ਕਰਦਾ ਹੈ, ਤਨ ਨੂੰ ਤਕਲੀਫ ਦੇ ਕੇ ਸੋਚਦਾ ਹੈ, ਮਨ ਦੀ ਹੋਂਦ ਮੁਕੰਮਲ ਖਤਮ ਕਰਦੇ ਹਾਂ। ਉਹ ਯੋਗ ਮਤ ਵਿੱਚ ਕੀ ਹੈ? ਸ਼ੁੰਨ ਸਮਾਧ, ਅਫੁਰ ਅਵਸਥਾ। ਯੋਗ ਮਤ ਇਸ ਗੱਲ ਦੀ ਵਿਆਖਿਆ ਕਰਦਾ ਹੈ ਕਿ ਅਜਿਹੇ ਹੱਠ ਯੋਗ ਕਰੋ ਜਿਸ ਨਾਲ ਤੁਹਾਡੇ ਮਨ ਵਿੱਚ, ਤੁਹਾਡੇ ਅੰਦਰ ਫੁਰਨਿਆਂ ਦਾ ਅਭਾਵ ਹੋ ਜਾ, ਤੁਸੀਂ ਖਾਲੀ ਹੋ ਜਾਓ ਬਿਲਕੁਲ, ਨਾ ਫੁਰਨਾ ਉੱਠੇ, ਨਾ ਕੋਈ ਵਿਚਾਰ ਅੰਦਰ ਪੈਦਾ ਹੋਵੇ ਤੇ ਨਾ ਕਿਸੇ ਪਾਸੇ ਅਸੀਂ ਕੁਰਾਏ ਪਈਏ। ਇਹ ਪੋਸੀਬਲ ਹੀ ਨਹੀਂ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ, ਇਹ ਕਿਵੇਂ ਸੰਭਵ ਹੈ ਕਿ ਫੁਰਨਾ ਹੀ ਨਾ ਪੈਦਾ ਹੋਵੇ? ਫਿਰ ਤਾਂ ਸਰੀਰ ਦਾ, ਜੀਵਨ ਦਾ ਕੋਈ ਅਰਥ ਹੀ ਨਹੀਂ ਰਹੇਗਾ। ਮਨ ਹੈ ਤੇ ਤਨ ਕੋਈ ਹਰਕਤ ਕਰ ਰਿਹਾ ਹੈ, ਮਨ ਹੈ ਤੇ ਤਨ ਕਿਸੇ ਪਾਸੇ ਤੁਰ ਰਿਹਾ ਹੈ।
ਮਨ ਨੂੰ ਮਾਰਿਆ, ਜਾਨੀ ਕਿ ਇਹਦਾ ਮੂਲ ਖਤਮ ਨਹੀਂ ਕੀਤਾ ਜਾ ਸਕਦਾ, ਇਹਨੂੰ ਸਾਧਿਆ ਤੇ ਸਵਾਰਿਆ ਜਾ ਸਕਦਾ। ਇਹ ਨੁਕਤਾ ਹੈ। ਤਾਂ ਕੁਝ ਸ਼ਬਦ, ਕੁਝ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਐਸੇ ਨੇ, ਜਦੋਂ ਅਸੀਂ ਰੈਗੂਲਰ ਬਾਣੀ ਨੂੰ ਸੁਣਦੇ ਜਾਂ ਪੜ੍ਹਦੇ ਹਾਂ ਤਾਂ ਉਹ ਛੇਤੀ ਪਕੜ ਵਿੱਚ ਆਉਂਦੇ ਨੇ। ਨਹੀਂ ਤਾਂ ਕਈ ਖਿਆਲ ਐਸੇ ਨੇ ਵੀ ਜਦੋਂ ਅਸੀਂ ਕਦੇ ਬਾਣੀ ਦੇ ਦਰਸ਼ਨ ਨਹੀਂ ਕੀਤੇ ਜਾਂ ਸੁਣਿਆ ਨਹੀਂ ਜਾਂ ਕਦੇ ਪੜ੍ਹਿਆ ਨਹੀਂ ਤਾਂ ਉਹ ਸਾਨੂੰ ਲੱਗਦਾ ਵੀ ਬੜੀ ਅਜੀਬ ਜਾਂ ਅਟਪਟੀ ਗੱਲ ਹੈ। ਤਾਂ ਐਸੇ ਸ਼ਬਦ ਵੀ ਮਹਾਰਾਜ ਦੀ ਬਾਣੀ, ਜੇ ਹੌਲੀ ਹੌਲੀ ਬਾਣੀ ਨੂੰ ਪੜ੍ਹਦੇ ਅਭਿਆਸ ਕਰਦੇ ਰਹੀਏ ਤਾਂ ਉਹ ਗੱਲ ਛੇਤੀ ਪਕੜ ਵਿੱਚ ਆ ਜਾਂਦੀ, ਕਿਉਂਕਿ ਹਰ ਗੱਲ ਨੂੰ ਸਮਝਣ ਦਾ ਇੱਕ ਸਟੈਪ ਹੁੰਦਾ ਹੈ। ਤੋ ਇੱਥੇ ਹਜ਼ੂਰ ਮਹਾਰਾਜ ਫਰਮਾਉਂਦੇ ਨੇ, ਕਵਨ ਸੋ ਮੋਨ ਜੋ ਮਨ ਮਾਰੈ। ਮੋਨ, ਮੁਨੀ ਲੋਕ, ਸਾਧੂ। ਆਪਾਂ ਆਮ ਇੱਕ ਸ਼ਬਦ ਵਰਤਦੇ ਹਾਂ ਰਿਖੀ ਮੁਨੀ ਜਾਂ ਰਿਸ਼ੀ ਮੁਨੀ, ਭਾਵ ਉਹ ਸਾਧੂ ਮਹਾਤਮਾ। ਮੁਨੀ ਉਸ ਨੂੰ ਕਹਿੰਦੇ ਨੇ। ਵੈਸੇ ਇਸ ਦੀ ਜੋ ਰੇਅਰ ਡੈਫੀਨੇਸ਼ਨ ਹੈ ਉਹ ਕੀ ਹੈ? ਉਹ ਵਿਅਕਤੀ ਜਿਸ ਦੇ ਮਨ ਉੱਤੇ ਬਾਹਰ ਦੀ ਕੋਈ ਦੁੱਖ, ਖੁਸ਼ੀ ਜਾਂ ਤਕਲੀਫ ਪ੍ਰਭਾਵ ਨਹੀਂ ਪਾਉਂਦਾ, ਜਿਸ ਦਾ ਮਨ ਕਦੇ ਦੁੱਖ ਵਿੱਚ ਨਹੀਂ ਪੈਂਦਾ, ਐਸੀ ਸਟੇਬਲ ਮਨੋਸਥਿਤੀ ਵਾਲਾ, ਟਿਕੀ ਹੋਈ ਮਨੋ ਅਵਸਥਾ ਵਾਲਾ, ਜਿਹਦਾ ਮਾਈਂਡ ਲੈਵਲ ਇਹੋ ਜਿਹਾ ਬਣ ਗਿਆ ਵੀ ਕੋਈ ਵੀ ਬਾਹਰ ਦੀ ਚੀਜ਼ ਉਸ ਦੇ ਮਨ ਨੂੰ ਦੁਖੀ ਨਹੀਂ ਕਰ ਸਕਦੀ, ਉਸ ਦੇ ਉਤਸ਼ਾਹ ਨੂੰ ਖਤਮ ਨਹੀਂ ਕਰਦੇ, ਉਹਨੂੰ ਮੁਨੀ ਕਹਿੰਦੇ ਨੇ। ਇਹ ਡੈਫੀਨੇਸ਼ਨ ਵੀ ਬਾਹਰ ਦੀ ਕੋਈ ਵੀ ਘਟਨਾ, ਕੋਈ ਵੀ ਚੀਜ਼ ਜਿਸ ਦੇ ਮਨ ਵਿਚਲਾ ਉਤਸ਼ਾਹ ਜਾਂ ਮਨ ਵਿਚਲੀ ਖੁਸ਼ੀ ਨੂੰ ਖਤਮ ਨਹੀਂ ਕਰ ਸਕਦੀ, ਮਨ ਉੱਤੇ ਪ੍ਰਭਾਵ ਨਹੀਂ ਪਾ ਸਕਦੀ, ਮਨ ਦਾ ਖਿਆਲ ਇੰਨਾ ਉੱਚਾ ਜਿਸ ਦਾ ਹੋ ਗਿਆ, ਉਸ ਨੂੰ ਮੁਨੀ ਕਿਹਾ ਜਾਂਦਾ। ਤਾਂ ਭਾਰਤ ਦੀ ਧਰਤੀ ਦੇ ਉੱਤੇ ਬੜੇ ਲੋਕ ਨੇ ਜਿਨ੍ਹਾਂ ਨੂੰ ਰਿਸ਼ੀ ਕਿਹਾ ਜਾਂਦਾ ਹੈ, ਰਿਖੀ ਕਿਹਾ ਜਾਂਦਾ ਹੈ, ਮੁਨੀ ਲੋਕ ਕਿਹਾ ਜਾਂਦਾ ਹੈ, ਸਾਧੂ ਜਨ ਕਿਹਾ ਜਾਂਦਾ ਹੈ, ਮਹਾਤਮਾ ਸ਼ਬਦ ਤੇ ਬਹੁਤ ਚੰਗੇ ਨੇ। ਇਹਨਾਂ ਦੀ ਡੈਫੀਨੇਸ਼ਨ ਤੇ ਬਹੁਤ ਚੰਗੀ ਹੈ, ਪਰ ਹਰ ਮਨੁੱਖ ਦੀ ਆਪਣੀ ਆਪਣੀ ਪ੍ਰੈਕਟਿਸ ਹੈ। ਕੋਈ ਇਸ ਦੀ ਡੈਫੀਨੇਸ਼ਨ ਦੇ ਤੁਲ ਪਹੁੰਚਦਾ ਤੇ ਕੋਈ ਨਹੀਂ ਪਹੁੰਚਦਾ। ਤੋ ਇੱਥੇ ਮਹਾਰਾਜ ਫਰਮਾਉਂਦੇ ਨੇ, ਕਵਨ ਸੋ ਮੁਨ। ਉਹ ਕਿਹੜਾ ਮੁਨੀ, ਕਿਹੜਾ ਸਾਧੂ ਹੈ, ਕਿਹੜਾ ਮਹਾਤਮਾ ਪੁਰਖ ਹੈ ਜੋ ਮਨ ਮਾਰੈ, ਜਿਹੜਾ ਮਨ ਨੂੰ ਸਾਧ ਲੈਂਦਾ। ਮਨ ਮਾਰਨ ਦਾ ਮਤਲਬ ਕੀ ਹੈ? ਮਾਰਨਾ ਇੱਕ ਤਾਂ ਹੁੰਦਾ ਡਿਸਟਰੋਏ ਕਰਨਾ, ਖਤਮ ਕਰਨਾ, ਕਿਸੇ ਚੀਜ਼ ਦੀ ਹੋਂਦ ਮੁਕਾ ਦੇਣੀ, ਇਹਨੂੰ ਵੀ ਆਪਾਂ ਮਾਰਨਾ ਕਹਿੰਦੇ। ਮਰ ਜਾਣਾ, ਮਾਰ ਦੇਣਾ, ਮਰ ਗਿਆ, ਇਹਦਾ ਮਤਲਬ ਉਸ ਦੀ ਹੋਂਦ ਖਤਮ ਹੋ, ਡੈਡ, ਉਸ ਨੂੰ ਵੀ ਮਾਰਨਾ ਕਿਹਾ ਜਾਂਦਾ ਹੈ। ਇੱਕ ਮਰਨ ਦਾ ਅਰਥ ਹੋਰ ਵੀ ਹੈ ਬਾਣੀ ਦੇ ਅੰਦਰ। ਤੁਸੀਂ ਕਿਸੇ ਵੈਦ ਕੋਲ ਜਾਓ, ਉਹਦੇ ਕੋਲ ਚੰਗੀਆਂ ਚੀਜ਼ਾਂ ਦੇ ਨਾਲ ਨਾਲ ਜਿਹੜੀਆਂ ਸਰੀਰ ਨੂੰ ਚੰਗੀਆਂ ਨੇ, ਖਾਣ ਵਿੱਚ ਲਾਭਕਾਰੀ ਨੇ, ਉਹਦੇ ਨਾਲ ਨਾਲ ਬੜੀਆਂ ਜ਼ਹਿਰੀਲੀਆਂ ਚੀਜ਼ਾਂ ਵੀ ਉਹਦੇ ਕੋਲ ਹੁੰਦੀਆਂ, ਜਿਹੜੀਆਂ ਤਲੀ ਤੇ ਰੱਖ ਕੇ ਬੰਦਾ ਚੱਟ ਵੀ ਲਵੇ ਨਾ, ਜ਼ਰਾ ਜਿੰਨਾ ਵੀ ਉਹਦਾ ਟੇਸਟ ਕਰ ਲੈ ਤੇ ਮੌਤ ਹੋ ਸਕਦੀ। ਐਸੀ ਜ਼ਹਿਰੀਲੀਆਂ ਚੀਜ਼ਾਂ, ਬੂਟੀਆਂ, ਜੜੀਆਂ ਜਾਂ ਜ਼ਹਿਰੀਲੇ ਪਦਾਰਥ ਵੀ ਉਹਦੇ ਕੋਲ ਮੌਜੂਦ ਹੁੰਦੇ ਆ। ਹੈਰਾਨੀ ਦੀ ਗੱਲ ਹੈ ਕਿ ਉਹ ਉਹਨਾਂ ਜ਼ਹਿਰੀਲੀਆਂ ਚੀਜ਼ਾਂ ਦੀ ਵਰਤੋਂ ਵੀ ਦਵਾਈਆਂ ਵਿੱਚ ਕਰਦਾ, ਜਿਸ ਨੂੰ ਸਿੱਧੇ ਤੌਰ ਤੇ ਜੇ ਬੰਦਾ ਟੇਸਟ ਕਰੇ ਤੇ ਮੌਤ ਹੋ ਸਕਦੀ ਹੈ। ਪਰ ਉਹ ਜ਼ਹਿਰੀਲੀਆਂ ਚੀਜ਼ਾਂ ਨੂੰ ਜਦੋਂ ਉਹ ਇੱਕ ਪ੍ਰੋਸੈਸ ਵਿੱਚੋਂ ਕੱਢ ਕੇ ਉਹਦੀ ਵਰਤੋਂ ਦਵਾਈ ਵਿੱਚ ਕਰਦਾ ਹੈ, ਮੈਡੀਸਿਨ ਵਿੱਚ ਕਰਦਾ ਹੈ, ਤਾਂ ਉਹ ਚੀਜ਼ ਮਨੁੱਖ ਦੇ ਤਨ ਨੂੰ ਤੰਦਰੁਸਤੀ ਦੇ ਦਿੰਦੀ ਹੈ, ਰੋਗ ਦੂਰ ਕਰ ਦਿੰਦੀ ਹੈ, ਬਿਮਾਰੀ ਖਤਮ ਕਰਨ ਦੀ ਤਾਕਤ ਰੱਖਦੀ। ਉਹ ਜਿਹੜਾ ਪ੍ਰੋਸੈਸ ਹੈ, ਉਸ ਜ਼ਹਿਰੀਲੀ ਚੀਜ਼ ਨੂੰ ਦਵਾਈ ਵਿੱਚ ਵਰਤਣ ਤੇ ਮਨੁੱਖ ਦੇ ਤੰਦਰੁਸਤੀ ਵਾਸਤੇ ਉਹ ਜਿਹੜਾ ਪ੍ਰੋਸੈਸ ਹੈ, ਉਹ ਜਿਸ ਵਿੱਚ ਉਹਨੂੰ ਕੱਢਣਾ ਹੈ, ਉਹ ਜ਼ਹਿਰੀਲੀ ਵਸਤੂ ਨੂੰ, ਉਹਨੂੰ ਆਪਣੀ ਭਾਸ਼ਾ ਵਿੱਚ ਮਾਰਨਾ ਕਹਿੰਦੇ। ਮਾਰਨ ਦਾ ਅਰਥ ਹੁੰਦਾ ਹੈ ਸਾਧਨਾ। ਉਹਦੇ ਅੰਦਰ ਦੇ ਜ਼ਹਿਰੀਲੇ ਤੱਤਾਂ ਦੀ ਸੁਚਾਰੂ ਢੰਗ ਨਾਲ ਵਰਤੋਂ ਕਰਨ ਲਈ ਉਹਨੂੰ ਯੋਗ ਬਣਾ ਲੈਣਾ ਵੀ ਇਹ ਨੁਕਸਾਨ ਕਰਨ ਦੀ ਬਜਾਏ ਫਾਇਦਾ ਕਰ ਦੇਵੇ। ਇਸ ਲਈ ਕਿਸੇ ਵਿਚਾਰਵਾਨ ਦਾ ਇਹ ਕਥਨ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ, ਦਾਨਾ ਤੇ ਸਿਆਣਾ ਮਨੁੱਖ ਜ਼ਹਿਰ ਦੀ ਵਰਤੋਂ ਵੀ ਅੰਮ੍ਰਿਤ ਵਾਂਗੂ ਕਰ ਸਕਦਾ ਹੈ, ਤੇ ਮੂਰਖ ਔਰ ਬੇਅਕਲ ਮਨੁੱਖ ਮਿੱਠੀ ਜਾਂ ਅੰਮ੍ਰਿਤ ਵਰਗੀ ਚੀਜ਼ ਦੀ ਵਰਤੋਂ ਵੀ ਜ਼ਹਿਰੀਲੇ ਢੰਗ ਨਾਲ ਕਰ ਸਕਦਾ ਹੈ। ਅੰਗੂਰ ਆਪਾਂ ਸਾਰੇ ਹੀ ਖਾਂਦੇ, ਬੱਚੇ ਵੀ ਖਾਂਦੇ। ਤੁਸੀਂ ਫਰੂਟ ਲੈ ਕੇ ਆਉਂਦੇ ਹੋ ਤੇ ਬੱਚਿਆਂ ਨੂੰ ਵੀ ਅੰਗੂਰ ਖਾਣ ਲਈ ਦਿੰਦੇ ਹੋ, ਪਰ ਅੰਗੂਰਾਂ ਦੀ ਬਣੀ ਹੋਈ ਵਾਈਨ ਜੇ ਬੱਚੇ ਪੀਣ ਲੱਗ ਜਾਣ, ਘਰ 'ਚ ਔਰਤ ਪੀਣ ਲੱਗ ਜਾਏ,
ਕੋਈ ਉਹ ਅੰਗੂਰਾਂ ਦੀ ਬਣੀ ਹੋਈ ਵਾਈਨ ਜਿਹੜੀ ਹੈ, ਜੇ ਉਹ ਇੱਥੇ ਲੈ ਕੇ ਸੰਗਤ ਵਿੱਚ ਆ ਜਾਏ, ਅੰਗੂਰ ਕੋਈ ਲੈ ਕੇ ਆ ਜਾਏ ਤੇ ਆਪਾਂ ਨੂੰ ਨਾ ਨੁੱਕਰ ਨਹੀਂ ਕਰਾਂਗੇ, ਵਾਈਨ ਲੈ ਕੇ ਆ ਜਾਏ, ਬਣੀ ਤੇ ਅੰਗੂਰ ਤੋਂ ਆ ਨਾ। ਹੁਣ ਉਹਦੀ ਤਸੀਰ ਵਿੱਚ ਫਰਕ ਪੈ ਗਿਆ। ਉਸ ਫਰੂਟ ਨੂੰ, ਉਸ ਫਲ ਨੂੰ ਜਿਸ ਪ੍ਰੋਸੈਸ ਵਿੱਚੋਂ ਕੱਢਿਆ ਗਿਆ, ਤੁਸੀਂ ਅੰਗੂਰ ਖਾਂਦੇ ਹੋ ਨਸ਼ੇ ਵਿੱਚ ਡਿੱਗਦੇ ਨਹੀਂ, ਪਰ ਵਾਈਨ ਪੀਂਦੇ ਹੋ ਤੇ ਤੁਸੀਂ ਨਸ਼ੇੜੀ ਹੋ ਜਾਂਦੇ ਹੋ, ਤੁਹਾਡੇ ਉੱਤੇ ਉਹ ਵੱਖਰਾ ਇਫੈਕਟ ਕਰਦਾ। ਇੱਕ ਉਦਾਹਰਣ ਹੈ। ਇਹਦਾ ਮਤਲਬ ਹੈ ਇੱਕ ਸਧਾਰਨ ਚੀਜ਼ ਨੂੰ ਇੱਕ ਖਾਸ ਪ੍ਰੋਸੈਸ ਵਿੱਚੋਂ ਜਦੋਂ ਕੱਢਿਆ ਗਿਆ ਤਾਂ ਉਹ ਨਸ਼ੇ ਵਰਗੀ ਡੋਜ਼ ਬਣ ਗਈ। ਚੰਗੀ ਚੀਜ਼ ਨੂੰ ਵੀ ਜ਼ਹਿਰੀਲੀ ਬਣਾਇਆ ਜਾ ਸਕਦਾ ਹੈ ਤੇ ਜ਼ਹਿਰੀਲੀ ਚੀਜ਼ ਨੂੰ ਵੀ ਚੰਗੀ ਬਣਾਇਆ ਜਾ ਸਕਦਾ ਹੈ। ਡਿਪੈਂਡ ਕਰਦਾ ਹੈ, ਨਿਰਭਰ ਕਰਦਾ ਹੈ ਵੀ ਤੁਸੀਂ ਉਹਨੂੰ ਕਿਹੜੇ ਪ੍ਰੋਸੈਸ ਵਿੱਚੋਂ ਕੱਢ ਰਹੇ ਹੋ, ਤੁਸੀਂ ਉਹਦੀ ਵਰਤੋਂ ਕਿਵੇਂ ਕਰ ਰਹੇ ਹੋ, ਚੰਗੀ ਜਾਂ ਮਾੜੀ, ਕਿਸੇ ਵੀ ਤਰੀਕੇ ਨਾਲ। ਤੇ ਇਸ ਵਾਸਤੇ ਮਹਾਰਾਜ ਨੇ ਇੱਥੇ ਸ਼ਬਦ ਵਰਤਿਆ, ਕਵਨ ਸੋ ਮਨ ਜੋ ਮਨ ਮਾਰੇ। ਕੌਣ ਐਸਾ ਮਹਾਤਮਾ ਸਾਧੂ ਮੁਨੀ ਹੈ ਜਿਹੜਾ ਮਨ ਨੂੰ ਸਾਧਦਾ ਹੈ ਤੇ ਜਿਹੜਾ ਇਹ ਸੋਚਦਾ ਵੀ ਮੈਂ ਮਨ ਦੀ ਹੋਂਦ ਹੀ ਮੁਕਾ ਦਿਆਂ, ਨਾ ਫੁਰਨਾ ਪੈਦਾ ਹੋਵੇ ਤੇ ਨਾ ਮੈਂ ਕੁਰਾਏ ਪਾਵਾਂ। ਉਹ ਚਾਹੁੰਦਾ ਹੈ ਵੀ ਮਨ ਦਾ ਫੁਰਨਾ ਹੀ ਮੁੱਕ ਜਾਏ, ਡਿਸਟਰੋਏ ਕਰ ਦਿਆਂ ਮਨ ਦੀ ਸਮੁੱਚੀ ਦੀ ਸਮੁੱਚੀ ਪ੍ਰਕਿਰਿਆ। ਮਹਾਰਾਜ ਉਹਨੂੰ ਸਵਾਲ ਕਰਦੇ ਨੇ, ਮਨ ਕਹੋ ਮਾਰ ਕਹੋ ਕਿਸ ਤਾਰੈ। ਜੇ ਤੇਰਾ ਮਨ ਹੀ ਨਹੀਂ ਰਹੇਗਾ ਭਲਿਆ ਲੋਕਾ ਤਾਂ ਤੂੰ ਭਲਾ ਕਿਹਦਾ ਕਰਨਾ ਹੈ? ਫਿਰ ਦੇਹੀ ਰਿਐਕਟ ਕਿਵੇਂ ਕਰੇਗੀ, ਸਰੀਰ ਕੰਮ ਕਿਵੇਂ ਕਰੇਗਾ? ਜੇ ਜਦੋਂ ਅੰਦਰ ਕੋਈ ਫੁਰਨਾ ਹੀ ਨਾ ਉੱਠਿਆ ਤੇ ਤੁਸੀਂ ਤੇ ਪੱਥਰ ਵਾਂਗੂ ਜਿੱਥੇ ਬੈਠੇ ਹੋ ਬੈਠੇ ਰਹੋਗੇ। ਜਦੋਂ ਫੁਰਨਾ ਹੀ ਨਹੀਂ ਉੱਠ ਰਿਹਾ ਅੰਦਰ, ਕੋਈ ਸੰਕਲਪ ਵਿਕਲਪ ਹੀ ਨਹੀਂ, ਕੋਈ ਖਿਆਲ ਹੀ ਨਹੀਂ ਪੈਦਾ ਹੋ ਰਿਹਾ ਅੰਦਰ। ਤੁਸੀਂ ਜਰਾ ਸੋਚ ਕੇ ਵੇਖੋ, ਸਾਡੇ ਅੰਦਰ ਕੋਈ ਖਿਆਲ ਹੀ ਪੈਦਾ ਨਾ ਹੋਵੇ ਤੇ ਸਰੀਰ ਕੀ ਕਰੇਗਾ? ਮਿੱਟੀ ਹੈ, ਕੋਈ ਹਰਕਤ ਨਹੀਂ ਹੋਏਗੀ ਇਹਦੇ ਅੰਦਰ। ਤੋ ਇਸ ਦਾ ਭਾਵ ਹੈ, ਕਬੀਰ ਜੀ ਮਹਾਰਾਜ ਕਹਿੰਦੇ ਨੇ ਮਨ ਦੀ ਹੋਂਦ ਨਹੀਂ ਮੁਕਾਈ ਜਾ ਸਕਦੀ, ਮਨ ਨੂੰ ਸਾਧਿਆ ਜਾ ਸਕਦਾ ਹੈ, ਸਵਾਰਿਆ ਜਾ ਸਕਦਾ ਹੈ। ਤੇ ਇਸ ਲਈ ਆਰੰਭ ਦੇ ਵਾਕ ਵਿੱਚ ਕਹਿੰਦੇ ਨੇ, ਸਮਝਾਉਂਦੇ ਨੇ, ਮਨ ਕਾ ਸੁਭਾਉ ਮਨੈ ਵਿਆਪੀ। ਮਨ ਦਾ ਸੁਭਾਉ ਬੜਾ ਵਿਆਪਕ ਹੈ, ਉਹ ਸਮੁੱਚੇ ਮਨ ਉੱਤੇ, ਸਾਡੇ ਕਰਮ ਉੱਤੇ ਅਸਰ ਅੰਦਾਜ਼ ਹੁੰਦਾ ਹੈ। ਜਿਵੇਂ ਆਪਾਂ ਪਹਿਲੋਂ ਉਦਾਹਰਣ ਸਾਂਝੀ ਕੀਤੀ ਹੈ ਵੀ ਖਿਆਲ ਫੁਰਨਾ ਤੁਹਾਡੇ ਅੰਦਰ ਉੱਠਿਆ, ਤੁਹਾਡੇ ਹਾਵ ਭਾਵ ਚੱਕਰ ਚੇਨ ਹਰ ਤਰ੍ਹਾਂ ਦਾ ਤੁਸੀਂ ਰਿਐਕਟ ਉਸੇ ਤਰ੍ਹਾਂ ਦਾ ਕੀਤਾ, ਇੰਪ੍ਰੈਸ਼ਨ ਉਹੋ ਜਿਹਾ ਬਣ ਗਿਆ, ਇਨਵਾਇਰਮੈਂਟ ਤੁਹਾਡੇ ਆਲੇ ਦੁਆਲੇ ਉਹੋ ਜਿਹਾ ਬਣ ਜਾਂਦਾ ਹੈ ਜਿਹੋ ਜਿਹਾ ਤੁਹਾਡੇ ਮਨ ਅੰਦਰ ਖਿਆਲ ਹੁੰਦਾ ਹੈ। ਜੇ ਬਾਣੀ ਚ ਮਹਾਰਾਜ ਨੇ ਕਿਹਾ ਨਾ, ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਤੁਹਾਡੇ ਅੰਦਰ ਚੰਗਿਆਈ ਹੈ ਤਾਂ ਤੁਹਾਡਾ ਇਨਵਾਇਰਮੈਂਟ ਆਲੇ ਦੁਆਲੇ ਚੰਗਾ ਬਣਨਾ ਸ਼ੁਰੂ ਹੋ ਜਾਂਦਾ। ਤੁਸੀਂ ਉਦਾਸ ਹੋ ਤੇ ਸਾਰਾ ਇਨਵਾਇਰਮੈਂਟ ਤੁਹਾਨੂੰ ਉਦਾਸ ਲੱਗਦਾ ਹੈ। ਤੁਸੀਂ ਉਤਸ਼ਾਹ ਚੋ ਹਰ ਚੀਜ਼ ਤੁਹਾਨੂੰ ਉਤਸ਼ਾਹ ਵਰਗੀ ਲੱਗਦੀ ਹੈ। ਤੁਹਾਡਾ ਮਨ ਤੁਹਾਡੀ ਦੁਨੀਆ ਬਦਲ ਦਿੰਦਾ ਹੈ। ਮਨ ਦਾ ਆਪਣਾ ਸੰਸਾਰ ਹੈ, ਮਨ ਦਾ ਆਪਣਾ ਸੰਸਾਰ ਹੈ, ਮਨ ਦੀ ਆਪਣੀ ਦੁਨੀਆ ਹੈ। ਬਾਹਰ ਦੇ ਸੰਸਾਰ ਨਾਲੋਂ ਮਨ ਦਾ ਸੰਸਾਰ ਜ਼ਿਆਦਾ ਇਫੈਕਟਿਵ ਹੁੰਦਾ ਹੈ, ਕਈ ਵਾਰ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ। ਤੋ ਕਬੀਰ ਜੀ ਮਹਾਰਾਜ ਇਸ ਜਗ੍ਹਾ ਦੇ ਉੱਤੇ ਕਹਿੰਦੇ ਨੇ, ਮਨ ਕਾ ਸੁਭਾਉ ਮਨੈ ਵਿਆਪੀ। ਮਨ ਦੀ ਜਿਹੜੀ ਆਦਤ ਹੈ ਉਹ ਮਨ ਦੇ ਉੱਤੇ ਵਿਆਪਕ ਅਸਰ ਪਾ ਦਿੰਦੀ ਹੈ। ਬੰਦਾ ਉਸੇ ਲੀਹ ਵਿੱਚ, ਉਸੇ ਰਾਹ ਦੇ ਉੱਤੇ ਤੁਰਿਆ ਜਾਂਦਾ ਹੈ ਜਿਹੋ ਜਿਹਾ ਮਨ ਦੀ ਆਦਤ ਜਾਂ ਸੁਭਾਅ ਬਣ ਜਾਂਦਾ। ਮਨੈ ਮਾਰ ਕਵਨ ਸਿੱਧ ਥਾਪੀ। ਕਹਿੰਦੇ ਨੇ ਜੇ ਇਹ ਮਨ ਦੀ ਹੋਂਦ ਹੀ ਨਾ ਰਵੇ ਤੇ ਅਸੀਂ ਮਨੁੱਖਤਾ ਦੀ ਉੱਚੀ ਸਿਖਰ ਦੇ ਉੱਤੇ ਕਿਵੇਂ ਪਹੁੰਚਾਂਗੇ? ਐਸੀ ਕਿਹੜੀ ਉੱਚੀ ਆਤਮਿਕ ਅਵਸਥਾ ਥਾਪ ਲਵਾਂਗੇ, ਪੈਦਾ ਕਰ ਲਵਾਂਗੇ, ਜੇ ਮਨ ਦੀ ਹੋਂਦ ਹੀ ਨਾ ਰਵੇ, ਜੇ ਮਨ ਵਿੱਚ ਚੰਗਾ ਖਿਆਲ ਹੀ ਪੈਦਾ ਨਾ ਹੋਵੇ, ਮਨ ਵਿੱਚ ਚੰਗਾ ਫੁਰਨਾ ਹੀ ਨਾ ਉੱਠੇ। ਜਿਸ ਦੇ ਮਨ ਵਿੱਚ ਹਰ ਵੇਲੇ ਨੈਗੇਟਿਵਿਟੀ ਹੀ ਉੱਭਰੀ ਜਾਣੀ ਹੈ, ਮੰਦੇ ਖਿਆਲ ਤੇ ਮੰਦੀ ਵਾਸ਼ਨਾ ਹੀ ਆਈ ਜਾਣੀ ਹੈ, ਹਰ ਇੱਕ ਦੇ ਪ੍ਰਤੀ ਮੰਦੀ ਤਸਵੀਰ ਹੀ ਮਨ ਵਿੱਚ ਬਣਦੀ ਜਾਣੀ ਹੈ। ਉਹ ਕਿਸੇ ਨੂੰ ਚੰਗਾ ਕਹਿ ਹੀ ਨਹੀਂ ਸਕਦਾ, ਉਹਨੂੰ ਕਿਸੇ ਸੰਸਾਰ ਦੀ ਕਿਸੇ ਚੀਜ਼ ਵਿੱਚੋਂ ਵੀ ਚੰਗਿਆਈ ਨਹੀਂ ਲੱਭ ਸਕਦੀ। ਵੇਖੋ, ਇਹ ਸੰਸਾਰ ਨੂੰ ਵੇਖਣ ਦਾ ਦ੍ਰਿਸ਼ਟੀਕੋਣ ਹੈ। ਬੁਰਾਈ ਤੇ ਹੈ ਜਗਤ ਵਿੱਚ, ਮੁਸ਼ਕਿਲਾਂ ਵੀ ਹਨ, ਉਲਝਣਾਂ ਵੀ ਹਨ, ਪਰ ਉਹਨਾਂ ਬੁਰਾਈਆਂ ਤੇ ਮੁਸ਼ਕਿਲਾਂ ਦੇ ਵਿੱਚ ਮੈਂ ਜੀਣਾ ਸਿੱਖਾਂ ਕਿ ਜਾਂ ਉਹਨਾਂ ਨੂੰ ਆਪਣੇ ਉੱਤੇ ਪ੍ਰਭਾਵ ਪਾਉਣ ਦੀ ਇਜਾਜ਼ਤ ਦੇ ਦਿਆਂ ਵੀ ਸਾਰੀਆਂ ਚੀਜ਼ਾਂ ਮੇਰੇ ਤੇ ਹਾਵੀ ਹੋ ਜਾਣ
ਤੇ ਮੇਰੀ ਆਦਤ ਜਿਹੜੀ ਉਹ ਆਤਮ ਹੱਤਿਆ ਵਰਗੀ ਬਣ ਜਾਏ। ਬਹੁਤੇ ਲੋਕ ਤੁਸੀਂ ਇਸ ਤਰ੍ਹਾਂ ਹੀ ਵੇਖੋ, ਪ੍ਰੋਬਲਮ ਤੇ ਹੈ ਤੇ ਉਹਦੇ ਲਈ ਉਹ ਯਤਨ ਵੀ ਕੋਈ ਨਹੀਂ ਕਰਦੇ ਵੀ ਸਹੀ ਹੋਵੇ ਕੰਮ। ਬਸ ਉਹਨਾਂ ਨੇ ਹਰ ਵੇਲੇ ਇੱਕੋ ਹੀ ਗੱਲ ਉਹਨਾਂ ਦੀ ਜ਼ਬਾਨ ਤੇ ਹੁੰਦੀ ਹੈ, ਲੁੱਟੇ ਗਏ, ਮਾਰੇ ਗਏ, ਬਰਬਾਦੀ ਹੋ ਗਈ, ਤਬਾਹੀ ਹੋ ਗਈ, ਲੋਕ ਨਹੀਂ ਸੁਧਰ ਸਕਦੇ, ਸੰਸਾਰ ਦਾ ਕੁਝ ਨਹੀਂ ਹੋ ਸਕਦਾ। ਉਹਨਾਂ ਦੀ ਮਨੋਦਸ਼ਾ ਨੂੰ ਵੇਖ ਕੇ ਲੱਗਦਾ ਵੀ ਇਹ ਖੁਦ ਬਿਮਾਰ ਨੇ ਬੰਦੇ, ਇਹ ਕਿਸੇ ਨੂੰ ਕੀ ਸਵਾਰਨਗੇ, ਤਾਂ ਖੁਦ ਰੋਗੀ ਨੇ। ਹਰ ਵੇਲੇ ਨੈਗੇਟਿਵ ਗੱਲ, ਹਰ ਵੇਲੇ ਰੋਣ ਧੋਣ, ਹਰ ਵੇਲੇ ਢਹਿੰਦੀ ਕਲਾ। ਇਸ ਬੰਦੇ ਨੂੰ ਤਾਂ ਆਪ ਅਜੇ ਇਲਾਜ ਦੀ ਲੋੜ ਹੈ। ਇਹ ਕੀ ਸਵਾਰੇਗਾ ਕਿਸੇ ਨੂੰ? ਇਹ ਤਾਂ ਇਵੇਂ ਹੈ ਵੀ ਜਿਵੇਂ ਕੋਈ ਖਿਡਾਰੀ ਮੈਦਾਨ ਵਿੱਚ ਉਤਰ ਕੇ ਆਖੇ ਵੀ ਇੱਥੇ ਕਿਵੇਂ ਖੇਡਿਆ ਜਾ ਸਕਦਾ, ਲੱਤ ਟੁੱਟ ਸਕਦੀ ਹੈ, ਮੇਰਾ ਨੱਕ ਟੁੱਟ ਸਕਦਾ। ਉਹ ਪਹਿਲਾਂ ਹੀ ਨੈਗੇਟਿਵਿਟੀ ਜੇ ਅਪਣਾ ਲੈ ਤਾਂ ਉਹ ਕੀ ਖੇਡੇਗਾ? ਉਹ ਮੈਦਾਨ ਵਿੱਚ ਹੀ ਗਲਤੀਆਂ ਕੱਢਦਾ ਰਹੇ, ਕੋਚ ਵਿੱਚ ਗਲਤੀ ਕੱਢੇ, ਟੀਮ ਵਿੱਚ ਗਲਤੀ ਕੱਢੀ ਜਾਏ, ਜਿਹੜੀ ਚੀਜ਼ ਨਾਲ ਖੇਡਣਾ ਉਹਦੇ 'ਚ ਹੀ ਗਲਤੀ ਕੱਢੀ ਜਾਏ। ਉਹ ਜੇ 1000 ਗਲਤੀ ਗਿਣਦਾ ਹੈਗਾ ਮੈਦਾਨ ਵਿੱਚ ਉਤਰਦਾ ਤੇ ਕੀ ਖੇਡੇਗਾ? ਮੁਸ਼ਕਲ ਤੇ ਗੁਰੂ ਨਾਨਕ ਸਾਹਿਬ ਵੇਲੇ ਸੀ, ਮਹਾਰਾਜ ਨੇ ਜ਼ਿਕਰ ਬਾਣੀ ਵਿੱਚ ਕੀਤਾ, ਪਰ ਉਹਨਾਂ ਨੇ ਮੁਸ਼ਕਲ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਉਹ ਅੰਦਰੋਂ ਊਰਜਾ ਨਾਲ ਭਰੇ ਹੋਏ, ਅੰਦਰੋਂ ਚਾਅ ਤੇ ਉਤਸ਼ਾਹ ਨਾਲ ਭਰੇ ਹੋਏ ਮੰਦੇ ਵਿਅਕਤੀ ਕੋਲ ਵੀ ਗਏ ਤੇ ਉਹਦੇ ਅੰਦਰ ਵੀ ਢਹਿੰਦੀ ਕਲਾ ਉਹਦੇ ਅੰਦਰੋਂ ਕੱਢ ਕੇ ਚੜ੍ਹਦੀ ਕਲਾ ਦਾ ਸੰਚਾਰ ਹਜ਼ੂਰ ਨੇ ਉਹਦੇ ਅੰਦਰ ਕਰ ਦਿੱਤਾ। ਗੁਲਾਮੀ ਦੀਆਂ ਜੰਜੀਰਾਂ ਤੇ ਕਲਗੀਧਰ ਮਹਾਰਾਜ ਦੇ ਸਮੇਂ ਵੀ ਸਨ। ਦੁਨੀਆ ਰੋ ਵੀ ਰਹੀ ਸੀ, ਕੁਰਲਾ ਵੀ ਰਹੀ ਸੀ। ਹਜ਼ੂਰ ਹਰ ਵੇਲੇ ਉਤਸ਼ਾਹ ਵਿੱਚ, ਹਰ ਵੇਲੇ ਚੜ੍ਹਦੀ ਕਲਾ ਵਿੱਚ, ਉਹਨਾਂ ਵੱਡੀ ਸਾਰੀ ਤਾਕਤ ਨਾਲ ਵੀ ਇੱਕ ਕਮਜ਼ੋਰ ਜਿਹੇ ਮਨੁੱਖ ਨੂੰ ਤਾਕਤਵਰ ਬਣਾ ਕੇ ਲੜਾ ਦਿੱਤਾ। ਹਜ਼ੂਰ ਮਹਾਰਾਜ ਇੱਥੇ ਇਹੀ ਫਰਮਾਉਂਦੇ ਨੇ, ਮਨ ਅੰਤਰ ਬੋਲੇ ਸਭ ਕੋਈ। ਹਜ਼ੂਰ ਕਹਿੰਦੇ ਨੇ ਜੋ ਕੁਝ ਮਨ ਵਿੱਚ ਹੈ ਉਹੀ ਹਰ ਕੋਈ ਬੋਲਦਾ, ਭਾਵ ਉਹੀ ਪ੍ਰਗਟ ਹੁੰਦਾ ਹੈ ਜੋ ਸਾਡੇ ਮਨ ਵਿੱਚ ਹੈ। ਸਾਡੇ ਮਨ ਦਾ ਸੁਭਾਅ ਹੀ ਅਸੀਂ ਬਾਹਰ ਪ੍ਰਗਟ ਕਰਦੇ ਹਾਂ, ਉਹੋ ਜਿਹਾ ਹੀ ਅਸੀਂ ਵਿਹਾਰ ਕਰਦੇ ਹਾਂ, ਉਹੋ ਜਿਹਾ ਹੀ ਸਾਡਾ ਕਰੈਕਟਰ, ਕਿਰਦਾਰ ਤੇ ਸਾਡਾ ਇਨਵਾਇਰਮੈਂਟ ਬਣ ਜਾਂਦਾ। ਮਨ ਮਾਰੇ ਬਿਨ ਭਗਤ ਨਾ ਹੋਈ। ਮਨ ਨੂੰ ਸਾਧੇ ਬਿਨਾ, ਮਨ ਦੀ ਨੈਗੇਟਿਵਿਟੀ ਖਤਮ ਕੀਤੇ ਬਿਨਾ, ਮਨ ਦੀ ਢਹਿੰਦੀ ਕਲਾ, ਮਨ ਦੇ ਮੰਦੇ ਖਿਆਲਾਂ ਨੂੰ ਦੂਰ ਕੀਤੇ ਬਿਨਾ ਵਾਹਿਗੁਰੂ ਦੀ ਇਬਾਦਤ ਤੇ ਭਗਤੀ ਨਹੀਂ ਹੋ ਸਕਦੀ। ਭਗਤੀ ਹੈ ਹੀ ਇਹ। ਫਿਰ ਸੋਚੋ, ਭਗਤ ਪੁੱਠੇ ਲਟਕ ਜਾਣਾ ਭਗਤੀ ਨਹੀਂ ਹੈ, ਭੁੱਖੇ ਰਹਿ ਲੈਣਾ ਕੋਈ ਭਗਤੀ ਨਹੀਂ ਹੈ। ਬਿਨਾਂ ਰੀਜ਼ਨ, ਬਿਨਾਂ ਕਿਸੇ ਕਾਰਨ ਹੋਰ ਐਸੇ ਜਿਹੜੇ ਯਤਨ ਕਰਮ ਕਾਂਡ, ਇਹ ਕੋਈ ਭਗਤੀ ਮਾਰਗ ਦੇ ਯਤਨ ਨਹੀਂ ਮਹਾਰਾਜ ਨੇ ਮੰਨੇ। ਉਹਨਾਂ ਆਖਿਆ ਮਨ ਮਾਰੇ ਬਿਨ ਭਗਤ ਨਾ ਹੋਏ। ਤੋ ਅੱਗੇ ਜਾ ਕੇ ਫਰਮਾਇਆ, ਕਹੋ ਕਬੀਰ ਜੋ ਜਾਣੈ ਭਿਓ। ਇਹ ਕਬੀਰ ਆਖ ਜਿਹੜਾ ਆਪਣੇ ਮਨ ਦੇ ਭੇਤ ਨੂੰ ਸਮਝਦਾ ਹੈ, ਮਨ ਦੇ ਗੁਹਜ ਭਾਵ ਨੂੰ ਸਮਝਦਾ ਹੈ, ਮਨ ਦੇ ਸੁਭਾਅ ਤੋਂ ਜਾਣੂ ਹੋ ਜਾਂਦਾ ਹੈ ਤੇ ਉਹਨੂੰ ਬਦਲਣ ਦੀ ਹਿੰਮਤ ਕਰਦਾ ਹੈ, ਮਿਹਨਤ ਕਰਦਾ ਹੈ, ਯਤਨ ਕਰਦਾ ਹੈ। ਮਨ ਮਧੂਸੂਦਨ ਤ੍ਰੇ ਭਵਨ ਦਿਓ। ਉਸ ਦਾ ਮਨ ਉਸ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ, ਭਾਵ ਉਹਦੇ ਵਿੱਚ ਸਮਾ ਜਾਂਦਾ ਹੈ ਉਹ ਵਾਹਿਗੁਰੂ ਜੋ ਮਾੜੀ ਬਿਰਤੀ ਰੂਪ ਰਾਖਸ਼ ਦਾ ਖਾਤਮਾ ਕਰਨ ਵਾਲਾ ਹੈ, ਜੋ ਤਿੰਨਾਂ ਭਵਨਾਂ ਵਿੱਚ ਵਿਆਪਕ ਹੈ। ਉਸ ਵਾਹਿਗੁਰੂ ਦਾ ਰੂਪ ਉਸ ਦਾ ਮਨ ਹੋ ਜਾਂਦਾ ਹੈ ਜਿਹੜਾ ਆਪਣੇ ਮਨ ਦੇ ਭੇਤ ਨੂੰ ਸਮਝ ਕੇ ਆਪਣੇ ਮਨ ਅੰਦਰਲੇ ਮੰਦੇ ਖਿਆਲਾਂ ਨੂੰ ਦੂਰ ਕਰਨ ਦਾ ਯਤਨ ਤੇ ਆਹਰ ਕਰਦਾ ਹੈ, ਜਿਹੜਾ ਇਹ ਮਸ਼ੱਕਤ ਘਾਲਦਾ ਹੈ। ਤੋ ਗਰੀਬ ਨਵਾਜ ਮਿਹਰ ਕਰਨ, ਬਖਸ਼ਿਸ਼ ਕਰਨ। ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।